वाहिगुरु जी का खालसा वाहिगुरु जी की फतेह। सो को टल गुर सेविए अहनिस सहज सुपाए। दर्शन परसिए गुरु के जन्म मरण दुख जाए। होवे सिफत समरी नूर अरसो कुरसो चटिए। तुद डिठे सच्चे पातशाह मल जन्म जन्म दी कटिए। Welcome to the next episode of Gurbani Vyakhya on Bhagat Namdev Ji. ऐसो बेडी बर न साको सब अंतर सब ठाई हो। गूंगे महा अमृत रस चाखिया पूछे कहन न जाई हो। Here in Maharaj Swarup Dhan Dhan Guru Granth Sahib Ji, Namdev Ji says, I cannot describe such a builder as Vaheguru Ji, who is contained in everything and everywhere. It is a bit like someone without speech. That individual can taste the sweetness of nice food. But if you ask him to describe the nice food, he cannot describe the taste to you. ਭਗਤਾਂ ਦੀ ਬਾਣੀ ਲੜੀਵਾਰ ਚੱਲ ਰਹੀ ਹੈ। ਨਾਮਦੇਵ ਜੀ ਮਹਾਰਾਸ਼ਟਰ ਦੇ ਹਨ, ਵਿਠਲ ਕਹਿੰਦੇ ਹਨ, ਦੇਵਾ ਕਹਿੰਦੇ ਹਨ। ਕਈ ਨਾਵਾਂ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਨ। ਜਦੋਂ ਛਪਰੀ ਬਣ ਗਈ, ਭਾਵ ਕਿ ਉਹਨਾਂ ਦਾ ਘਰ ਬਣ ਗਿਆ, ਉਸ ਬੀਬੀ ਨੇ ਆਖਿਆ ਕਿ ਮੈਨੂੰ ਵੀ ਦੱਸ ਕਿਹੜਾ ਮਿਸਤਰੀ ਹੈ। ਤਾਂ ਜਿਵੇਂ ਆਪਣੇ ਪਿਛਲੇ ਐਪੀਸੋਡ ਵਿੱਚ ਸਰਵਣ ਕੀਤਾ ਸੀ, ਲੋਕ ਕੁਟੰਬ ਸਭੋਂ ਤੇ ਤੋਰੈ ਤੋਂ ਆਪਨ ਬੇਢੀ ਆਵੇ ਹੋ। ਇਹ ਸਾਡਾ ਬੇਢੀ ਤਾਂ ਆਉਂਦਾ ਹੈ, ਆਪਣਾ ਬੇਢੀ ਮਿਸਤਰੀ ਤਾਂ ਆਉਂਦਾ ਹੈ ਜੇ ਉਹਦੇ ਨਾਲ ਜੁੜੀਏ। ਐਸੋ ਬੇਢੀ ਬਰਨ ਨ ਸਾਕੋ ਸਭ ਅੰਤਰ ਸਭ ਠਾਈ ਹੋ। ਕਹਿਣ ਲੱਗੇ ਐ ਭੈਣ ਐ ਬੀਬਾ ਰੀ ਬਾਈ, ਉਧਰ ਦੇ ਮੁਤਾਬਕ ਮਹਾਰਾਸ਼ਟਰ ਦੀ ਬੋਲੀ ਮੁਤਾਬਕ ਪੈ ਕਹਿੰਦੇ ਹਨ ਰੀ ਬਾਈ। ਐਸੋ ਬੇਢੀ, ਇਸ ਤਰ੍ਹਾਂ ਦਾ ਮਿਸਤਰੀ ਬਰਨ ਨਾ ਸਾਕੋ, ਅਸੀਂ ਕਹਿ ਨਹੀਂ ਸਕਦੇ, ਦੱਸ ਨਹੀਂ ਸਕਦੇ ਉਸ ਬਾਰੇ, ਕਿਉਂਕਿ ਉਹ ਬੇਢੀ ਹਨ ਆਪ ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਨੇ ਆ ਸਾਰੀਆਂ ਸੂਰਤਾਂ ਮੂਰਤਾਂ, ਇਹ ਸਾਰੇ ਸਰੀਰ ਘੜੇ ਹਨ, ਸਾਰਾ ਸੰਸਾਰ ਬਣਾਇਆ ਹੈ। ਉਹ ਬੇਢੀ ਹਨ ਜਿਨ੍ਹਾਂ ਨੇ ਸਾਰੀ ਰਚਨਾ ਰਚਾਈ ਹੈ। ਜਿਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਇਹ ਦੁਨੀਆ ਜੋ ਦਿਸ ਰਹੀ ਹੈ ਸਾਧੋ ਰਚਨਾ ਰਾਮ ਬਣਾਈ। ਤੇ ਉਹ ਬੇਢੀ ਐ ਬੀਬਾ ਐ ਮੇਰੀ ਭੈਣ, ਉਹ ਸਭਨਾ ਥਾਵਾਂ ਤੇ ਹਨ। ਜਿਵੇਂ ਗੁਰੂ ਸਾਹਿਬ ਕਹਿੰਦੇ ਹਨ, ਤੂੰ ਸਭਨੀ ਥਾਈ ਜਿੱਥੇ ਹੋ ਜਾਏ, ਕੋਈ ਥਾਂ ਤੁਹਾਡੇ ਤੋਂ ਖਾਲੀ ਨਹੀਂ। ਵਾਹਿਗੁਰੂ ਜੀ ਨਾਮਦੇਵ ਜੀ ਵੀ ਉਸੇ ਤਰ੍ਹਾਂ ਫਰਮਾ ਰਹੇ ਹਨ, ਸਭ ਅੰਤਰ ਸਾਰਿਆਂ ਦੇ ਅੰਦਰ ਵਸ ਰਹੇ ਹਨ। ਸਭ ਠਾਈ ਹੋ, ਸਭਨਾ ਥਾਵਾਂ ਤੇ ਐ ਬੀਬਾ ਮੇਰੇ ਬੇਢੀ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਵਿਠਲ ਜੀ ਸਮਾ ਰਹੇ ਹਨ, ਬੈਠ ਰਹੇ ਹਨ, ਰਹਿ ਰਹੇ ਹਨ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਨ ਨ ਜਾਈ ਹੋ। ਐ ਭੈਣ ਤੂੰ ਪੁੱਛਦੀ ਪਈ ਹੈ ਮੇਰੇ ਬੇਢੀ ਬਾਰੇ, ਮੈਂ ਤੈਨੂੰ ਕੀ ਦੱਸਾਂ, ਕਿਵੇਂ ਬਿਆਨ ਕਰਾਂ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਜਿਵੇਂ ਗੂੰਗਾ, ਜਿਵੇਂ ਕਬੀਰ ਸਾਹਿਬ ਕਹਿੰਦੇ ਹਨ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜੇ ਗੂੰਗਾ ਗੁੜ ਖਾ ਲਵੇ ਉਹਨੂੰ ਪੁੱਛੋ ਕਿ ਕਿਸ ਤਰ੍ਹਾਂ ਦਾ ਸੀ, ਉਹ ਮਿੱਠਾ ਬਿਆਨ ਨਹੀਂ ਕਰ ਸਕਦਾ, ਉਹ ਦੱਸ ਨਹੀਂ ਸਕਦਾ, ਕਹਿ ਨਹੀਂ ਸਕਦਾ, ਕਿਉਂਕਿ ਗੂੰਗਾ ਹੈ। ਤੇ ਇਹ ਬੀਬਾ ਜਿਹੜੇ ਤੂੰ ਪੁੱਛ ਰਹੀ ਹੈ ਕਿ ਇਹ
ਘਰ ਕਿਸ ਨੇ ਬਣਾਇਆ ਹੈ, ਕਿਸ ਮਿਸਤਰੀ ਨੇ ਬਣਾਇਆ ਹੈ, ਮੈਂ ਕਿਵੇਂ ਦੱਸਾਂ। ਉਹ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਦੱਸਿਆ ਨਹੀਂ ਜਾ ਸਕਦਾ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿਨ ਨ ਜਾਈ ਹੋ। ਐ ਬੀਬਾ ਮੈਂ ਦੱਸ ਨਹੀਂ ਸਕਦਾ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਬਾਰੇ। ਉਹਨਾਂ ਦਾ ਦੱਸਣਾ ਬਹੁਤ ਔਖਾ ਹੈ, ਬਿਆਨ ਕਰਨਾ ਬਹੁਤ ਔਖਾ ਹੈ। ਬੇਢੀ ਕੇ ਗੁਣ ਸੁਨਰੀ ਬਾਈ, ਜਲ ਦੇ ਬਾਂਧ ਧਰੂ ਥਾਪਿਓ ਹੋ। ਕਹਿਣ ਲੱਗੇ, ਐ ਭੈਣ, ਐ ਸਖੀ, ਐ ਬੀਬਾ, ਉਸ ਬੇਢੀ ਦੇ ਗੁਣ ਸੁਣ, ਮੇਰੇ ਵਾਹਿਗੁਰੂ ਜੀ ਦੇ ਗੁਣ ਸੁਣ, ਅਕਾਲ ਪੁਰਖ ਜੀ ਦੇ ਗੁਣ ਸੁਣ, ਰਮੇ ਹੋਏ ਰਾਮ ਦੇ ਗੁਣ ਸੁਣ, ਵਿਠਲ ਦੇ ਗੁਣ ਸੁਣ। ਜਲਦ ਬਾਂਧ, ਵੱਡੇ ਵੱਡੇ ਸਮੁੰਦਰਾਂ ਨੂੰ ਦੇਖਿਆ, ਕਿੱਡੇ ਕਿੱਡੇ ਵੱਡੇ ਸਮੁੰਦਰ ਹਨ। ਇੱਕ ਪਾਸਿਓਂ ਦੇਖੋ, ਦੂਜੇ ਪਾਸੇ ਨਜ਼ਰ ਹੀ ਨਹੀਂ ਦੂਸਰਾ ਪਾਸਾ ਆਉਂਦਾ। ਇਤਨੇ ਵੱਡੇ ਵੱਡੇ ਸਮੁੰਦਰ ਹਨ ਦੁਨੀਆ ਤੇ, ਸੰਸਾਰ ਦੀ ਧਰਤੀ ਤੇ। ਅਕਾਲ ਪੁਰਖ ਵਾਹਿਗੁਰੂ ਜੀ, ਉਹ ਮੇਰੇ ਬੇਢੀ ਜਿਹੜੇ ਹਨ, ਉਹਨਾਂ ਨੇ ਸਾਰੇ ਜਲ ਨੂੰ ਬੰਨਿਆ ਹੋਇਆ ਹੈ। ਜਲ ਦੇ ਬਾਂਧ ਧਰੂ ਥਾਪਿਓ ਹੋ। ਜਦੋਂ ਤਾਰੇ ਨਿਕਲਦੇ ਨੇ ਤੇ ਧਰੂ ਤਾਰਾ ਵੀ ਦਿਸਦਾ ਹੈ। ਜਦੋਂ ਮਾਛੀ ਵਾੜੇ ਤੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਧਰ ਤੁਰ ਪਏ ਹਨ ਮੁਕਤਸਰ ਵੱਲ, ਜਿੱਥੇ ਹੁਣ ਗੁਰੂ ਘਰ ਹੈ ਮੁਕਤਸਰ, ਜਿੱਥੇ 40 ਮੁਕਤੇ ਸ਼ਹੀਦ ਹੋਏ ਹਨ, ਖਿਤਰਾਣੇ ਦੀ ਢਾਬ ਵੱਲ ਜਦੋਂ ਚੱਲੇ ਹਨ ਤਾਂ ਸਿੰਘਾਂ ਨੂੰ ਕਹਿਣ ਲੱਗੇ, ਤੁਸੀਂ ਧਰੂ ਤਾਰੇ ਦੇ ਹਿਸਾਬ ਨਾਲ ਤੁਰੇ ਆਉਣਾ। ਭਾਈ ਦਇਆ ਸਿੰਘ ਜੀ ਆਪਣੇ ਸਿੰਘਾਂ ਨੂੰ, ਨਾਲ ਦੇ ਸਿੰਘਾਂ ਨੂੰ ਕਿਹਾ, ਧਰੂ ਤਾਰੇ ਦੀ ਸੇਧ ਤੇ ਤੁਰੇ ਆਉਣਾ। ਪਹਿਲੇ ਲੋਕ ਧਰੂ ਤਾਰੇ ਵੱਲ ਬਹੁਤ ਤੱਕਿਆ ਕਰਦੇ ਸਨ। ਤੇ ਨਾਮਦੇਵ ਜੀ ਕਹਿੰਦੇ ਹਨ, ਐ ਭੈਣ ਰੀਬ ਆਈ, ਉਹ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਵਿਠਲ ਜੀ ਹਨ, ਜਿਨ੍ਹਾਂ ਨੇ ਜਲ ਨੂੰ ਭਾਵ ਕੇ ਸਮੁੰਦਰਾਂ ਨੂੰ ਬੰਨਿਆ ਹੋਇਆ ਹੈ, ਧਰੂ ਨੂੰ ਆਕਾਸ਼ ਦੇ ਵਿੱਚ ਥਾਪਿਆ ਹੋਇਆ ਹੈ। ਜਦੋਂ ਤਾਰਕਾ ਮੰਡਲ ਨਿਕਲਦਾ ਹੈ ਉਸ ਵੇਲੇ ਧਰੂ ਨਜ਼ਰ ਆਉਂਦੇ ਹਨ, ਤਾਰਾ ਨਜ਼ਰ ਆਉਂਦਾ ਹੈ, ਤੇ ਕਹਿ ਵੀ ਦਿੰਦੇ ਹਨ, ਆਹ ਦੇਖੋ ਧਰੂ ਤਾਰਾ। ਨਾਮੇ ਕੇ ਸੁਆਮੀ, ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੁਆਮੀ ਸਰਨ ਪਰੇ ਉਦਰ ਪਾਰੇ। ਗੁਰਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੁਆਮੀ ਬਹੁਤ ਜਗ੍ਹਾ ਕਿਹਾ ਹੈ। ਨਾਮੇ ਕੇ ਸੁਆਮੀ ਸਿਆ ਬਹੋਰੀ, ਨਾਮਦੇਵ ਜੀ ਦੇ ਸੁਆਮੀ ਨੇ ਤ੍ਰੇਤੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ, ਰਮੇ ਹੋਏ ਰਾਮ ਨੇ, ਅਕਾਲ ਪੁਰਖ ਪਰਮੇਸ਼ਰ ਜੀ ਨੇ ਰਾਵਣ ਦੇ ਕੋਲੋਂ ਸੀਤਾ ਨੂੰ ਵਾਪਸ ਲੈ ਆਂਦਾ। ਨਾਮੇ ਕੇ ਸੁਆਮੀ ਸਿਆ ਬਹੋਰੀ, ਲੰਕ ਭਭੀਖਣ ਆਪਿਓ ਹੋ। ਤੇ ਸੋਨੇ ਦੀ ਲੰਕਾ ਜਿਹੜੀ ਰਾਵਣ ਦੀ ਸੀ, ਲੰਕਾ ਗੜ ਸੋਨੇ ਕਾ ਭਇਆ, ਸਮਝਾਉਣ ਵਾਸਤੇ ਕਹਿੰਦੇ ਹਨ, ਦੁਨੀਆ ਦੇ ਲੋਗੋ ਮੂਰਖ ਰਾਵਣ ਕਿਆ ਲੈ ਗਿਆ। ਤਾਈਓ ਗੁਰਬਾਣੀ ਵਿੱਚ ਰਾਵਣ ਦਾ ਨਾਂ ਲਿਖ ਦਿੱਤਾ ਹੈ, ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਤੇ ਕਹਿੰਦੇ ਹਨ ਨਾਮਦੇਵ ਜੀ ਉਹ ਹਨ ਸਾਡੇ ਸੁਆਮੀ। ਐ ਭੈਣ ਉਹ ਸਾਡੇ ਬੇਢੀ ਹਨ, ਉਹ ਸਾਡੇ ਮਿਸਤਰੀ ਹਨ। ਆ ਸਾਡੇ ਸਰੀਰ ਦੀ ਘਾੜਤ ਮਾਂ ਦੀ ਕੁੱਖ ਵਿੱਚ ਉਹਨਾਂ ਨੇ ਘੜੀ ਹੈ। ਇਹ ਜਿਹੜੀ ਤੂੰ ਛੰਨ ਬਾਰੇ ਪੁੱਛ ਰਹੀ ਹੈ ਨਾ, ਘਰ ਬਾਰੇ, ਐ ਬੀਬਾ ਇਹ ਵੀ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਹੀ ਬਣਾਈ ਹੈ। ਤੋ ਨਾਮਦੇਵ ਜੀ ਕਹਿੰਦੇ ਹਨ, ਐ ਭੈਣ ਉਹ ਹਨ ਸਾਡੇ ਅਕਾਲ ਪੁਰਖ ਵਾਹਿਗੁਰੂ ਜੀ ਬੇਢੀ। ਉਹ ਪਿਆਰ ਦੀ ਮਜ਼ਦੂਰੀ ਮੰਗਦੇ ਹਨ, ਪ੍ਰੇਮ ਦੀ ਮਜ਼ਦੂਰੀ ਮੰਗਦੇ ਹਨ। ਐ ਭੈਣ ਤੂੰ ਵੀ ਉਹਦਾ ਨਾਮ ਜਪਣਾ ਕਰ। ਸਾਰੇ ਸੰਸਾਰ ਨੂੰ ਕਹਿ ਰਹੇ ਹਨ, ਬੇਢੀ ਕੇ ਗੁਣ ਸੁਨ ਰੀ ਭਾਈ, ਜਲਦ ਬਾਂਧ ਧਰੂ ਥਾਪਿਓ ਹੋ। ਨਾਮੇ ਕੇ ਸੁਆਮੀ ਸੀ ਬਹੌੜੀ, ਲੰਕ ਭੀਖਣ ਆਪਿਓ ਹੋ।
Here in Mara Swarup Dhan Dhan Sri Guru Granth Sahib Ji, Namdev Ji's Bani says, listen to the good praises of this builder, Waheguru Ji. He has been known to have stopped the oceans. He has always rescued his loyal ones from great difficulties, like Dhruv Bhagat Ji. Waheguru Ji brought Sita back from great adversity and even gave the land Lanka to Papi Khan, his loyal one. His offering to his loved ones never ever disappoints. ਤੋ ਗੁਰੂ ਪਿਆਰੇ ਖਾਲਸਾ ਜੀਓ, ਆਪ ਜੀ ਸਰਵਣ ਕਰ ਰਹੇ ਸੀ ਭਗਤ ਨਾਮਦੇਵ ਜੀ ਦੀ ਕਥਾ। ਬੜੇ ਪਿਆਰ ਦੇ ਨਾਲ ਆਪ ਜੀ ਨੇ ਸਰਵਣ ਕੀਤੀ ਹੈ ਕਿ ਨਾਮੇ ਕੇ ਸੁਆਮੀ ਸੀ ਬਹੋਰੀ ਲੰਕ ਬਭੀਖਣ ਅਪਿਓ ਹੋ। ਆਪ ਜੀ ਸਾਰੀ ਕਥਾ ਪਿਆਰ ਨਾਲ ਇੱਕ ਇੱਕ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਜੀ ਨੇ ਸਰਵਣ ਕੀਤਾ ਹੈ। ਅੱਗੋਂ ਹੁਣ ਅੰਗਰੇਜ਼ੀ ਵਿੱਚ ਸਿੰਘ ਸਾਹਿਬ ਜੀ ਪਾਸੋਂ ਸੋਰਠ ਘਰ ਤੀਜਾ ਜੋ ਨਾਮਦੇਵ ਜੀ ਦਾ ਅਗਲਾ ਸ਼ਬਦ ਹੈ ਉਹ ਪਿਆਰੇ ਖਾਲਸਾ ਜੀ ਪਾਸੋਂ ਸਰਵਣ ਕਰਨ ਦੀ ਕਿਰਪਾਲਤਾ ਕਰੋ। ਮਨ ਲਾ ਕੇ, ਹੋ ਸਕਦਾ ਕੋਈ ਅੱਖਰ ਮਨ ਵਿੱਚ ਬੈਠ ਜਾਵੇ, ਗੁਰੂ ਸਾਡੇ ਤੇ ਕਿਰਪਾ ਕਰ ਦੇਣ। ਸੋਰਠ ਘਰ ਤੀਜਾ, ਅਨਮੜਿਆ ਬੰਦਲ ਬਾਜੈ, ਬਿਨ ਸਾਵਨ ਘਨ ਹਰ ਗਾਜੈ, ਬਾਦਲ ਬਿਨ ਬਰਖਾ ਹੋਈ, ਚੌ ਤਤ ਵਿਚਾਰੇ ਕੋਈ। Here in Mara Swarup Dhan Dhan Sri Guru Granth Sahib Ji, Namdev Ji says, if Waheguru Ji desires, he can make drums beat without the para tops. Waheguru Ji can create thunder without clouds. Even without clouds, he can make rainfall. We should never doubt Waheguru Ji's ability. He is in control of all nature's events. ਤੋ ਗੁਰੂ ਪਿਆਰੇ ਖਾਲਸਾ ਜੀ, ਭਗਤ ਨਾਮਦੇਵ ਜੀ ਜੋੜ ਰਹੇ ਹਨ ਸੰਗਤਾਂ ਨੂੰ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ, ਕਿਉਂਕਿ ਨਾਮ ਤੋਂ ਬਿਨਾ ਇਸ ਦੁਨੀਆ ਵਿੱਚ ਹੋਰ ਕੋਈ ਕਾਰਜ ਨਹੀਂ ਹੈ। ਇਹ ਮਿੱਟੀ ਦਾ ਸਰੀਰ ਹੈ। ਦਾਤਾਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਕੋਈ ਮਿੱਟੀ ਦਾ ਕਲਸ਼ ਹੋਵੇ ਉਹ ਟੁੱਟ ਜਾਵੇ ਤੇ ਮੁੜ ਕੇ ਜੁੜਦਾ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਹੈ, ਜੇ ਕੋਈ ਹੋਰ ਹੋਵੇ, ਕੋਈ ਤਾਂਬੇ ਦਾ, ਭਰਥ ਦਾ, ਪਿੱਤਲ ਦਾ, ਉਹ ਜੇ ਬਿੰਗਾ ਟੇਢਾ ਹੋ ਵੀ ਜਾਵੇ ਤੇ ਸਿੱਧਾ ਹੋ ਜਾਂਦਾ, ਪਰ ਇਹ ਜਿਹੜਾ ਮਿੱਟੀ ਦਾ ਸਰੀਰ ਰੂਪੀ ਭਾਂਡਾ ਹੈ, ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਇਹ ਭਾਂਡਾ ਮੁੜ ਕੇ ਨਹੀਂ ਜੁੜਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਹਿੰਦੇ ਹਨ, ਕਹਾਂ ਬਿਸਾਸਾ ਇਸ ਭਾਂਡੇ ਕਾ। ਤੋ ਸਾਧ ਸੰਗਤ ਜੀਓ, ਭਾਈ ਸਾਹਿਬ ਜੀ ਕਥਾ ਕਰ ਰਹੇ ਸਨ ਸੋਰਠ ਘਰ ਤੀਜਾ। ਸੋਰਠ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਪਿਆਰੇ ਬਚਨ ਹਨ। ਅਣ ਮੜਿਆ ਮੰਦਲ ਬਾਜੈ, ਬਿਨ ਸਾਵਣ ਕਨ ਹਰ ਗਾਜੈ। ਆ ਜਿਹੜਾ ਸੰਸਾਰ ਹੈ ਇੱਕ ਢੋਲ ਹੈ। ਢੋਲ ਤੁਸੀਂ ਦੇਖਿਆ, ਢੋਲ ਵੱਜਦੇ ਨੇ। ਢੋਲ ਨੂੰ ਰੱਸੀ ਪਾਈ ਹੁੰਦੀ ਹੈ, ਕੁੰਡੇ ਪਾਏ ਹੁੰਦੇ ਨੇ, ਖਿੱਚਣਾ ਪੈਂਦਾ। ਆ ਪੂਰਾ ਸੰਸਾਰ ਜਿਹੜਾ ਹੈ ਇਹ ਮੰਦਲ ਹੈ। ਮੰਦਲ ਢੋਲ ਨੂੰ ਕਹਿੰਦੇ ਨੇ। ਪੂਰੀ ਦੁਨੀਆ ਖਿੱਚੀ ਪਈ ਹੈ ਪਰਿਵਾਰ ਦੇ ਮੋਹ ਦੇ ਵਿੱਚ, ਜਾਇਦਾਦਾਂ ਦੇ ਮੋਹ ਦੇ ਵਿੱਚ, ਸੰਸਾਰ ਦੀਆਂ ਵਸਤੂਆਂ ਦੇ ਮੋਹ ਦੇ ਵਿੱਚ ਪੂਰੀ ਖਿੱਚ ਪਈ ਹੋਈ ਹੈ ਹਰ ਜੀਵ ਨੂੰ। ਮਾਂ ਪਿਓ ਨੂੰ ਪੁੱਤਰਾਂ ਤੱਕ ਖਿੱਚ ਪਈ ਹੋਈ ਹੈ, ਮਾਵਾਂ ਨੂੰ ਧੀਆਂ ਪੁੱਤਰਾਂ ਤੱਕ ਖਿੱਚ ਪਈ ਹੋਈ ਹੈ। ਹਰ ਬੰਦਾ ਇੱਥੇ ਖਿੱਚਿਆ ਹੋਇਆ ਹੈ। ਤੋ ਸਾਧ ਸੰਗਤ, ਇਹ ਪੂਰੀ ਦੁਨੀਆ ਭਗਤ ਨਾਮਦੇਵ ਜੀ ਕਹਿੰਦੇ ਹਨ ਅਣ ਮੜਿਆ ਮੰਦਲ ਹੈ। ਅਣ ਮੜਿਆ ਮੰਦਲ ਬਾਜੈ, ਹਰ ਬੰਦਾ ਇੱਥੇ ਖਿੱਚਿਆ ਹੋਇਆ ਹੈ। ਇੰਨੀ ਖਿੱਚ ਪਈ ਹੋਈ ਹੈ ਗੁਰੂ ਵੱਲ ਜਾਣ ਦਾ, ਗੁਰੂ ਵੱਲ ਇਸ ਮਨ ਨੂੰ ਵਾਹਿਗੁਰੂ ਵਾਹਿਗੁਰੂ, ਜਿਵੇਂ ਨਾਮਦੇਵ ਜੀ ਨੇ
ਪਿਛਵਾੜੇ ਜਾ ਕੇ ਖੜਾਵਾਂ ਨਾਲ ਹੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ, ਵਜਾਉਣਾ ਕੀਤਾ। ਸਾਧ ਸੰਗਤ ਜੀਓ, ਸਮਾਂ ਹੀ ਨਹੀਂ ਮਿਲਦਾ, ਕਿਉਂਕਿ ਹੋਰ ਖਿੱਚਾਂ ਹੀ ਬੰਦੇ ਨੂੰ ਛੱਡਦੀਆਂ ਨਹੀਂ। ਹਰ ਬੰਦਾ ਖਿੱਚਿਆ ਹੋਇਆ ਹੈ, ਘਰ ਜਾਣਾ ਹੈ, ਆਹ ਕਰਨਾ ਹੈ, ਉਹ ਕਰਨਾ ਹੈ, ਉਹਦਾ ਦੇਣਾ ਹੈ, ਉਹਦਾ ਲੈਣਾ ਹੈ। ਹਰ ਬੰਦੇ ਨੂੰ ਖਿੱਚ ਪਈ ਹੋਈ ਹੈ। ਇਹ ਦੁਨੀਆ ਅਣਮੜਿਆ ਮੰਦਲ ਹੈ। ਭਗਤ ਨਾਮਦੇਵ ਜੀ ਫਰਮਾਉਂਦੇ ਹਨ, ਇਹ ਸੰਸਾਰ ਦੇ ਦੁਨੀਆ ਦੇ ਲੋਗੋ, ਉਸ ਅਕਾਲ ਪੁਰਖ ਵਾਹਿਗੁਰੂ ਜੀ ਵੱਲ ਸਤਿਗੁਰੂ ਜੀ ਹਨ, ਪੂਰਨ ਗੁਰਸਿੱਖ ਹਨ, ਗੁਰੂ ਨਾਨਕ ਨਾਮ ਲੇਵਾ ਹਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸਾ ਜੀ ਹਨ। ਜੋ ਵੀ ਅਕਾਲ ਪੁਰਖ ਵਾਹਿਗੁਰੂ ਜੀ ਵੱਲ ਜੁੜਿਆ ਹੋਇਆ ਹੈ, ਉਹ ਦੁਨੀਆ ਵੱਲ ਨਹੀਂ ਖਿੱਚਿਆ ਹੋਇਆ। ਜਿਵੇਂ ਇਸ ਕਥਾ ਵਿੱਚ ਪਹਿਲਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਸੀ, ਪਾਰ ਬ੍ਰਹਮ ਜੇ ਚੀਨ ਸੀ, ਆਸਾ ਤੇ ਨਾ ਭਾਵ ਸੀ। ਜਿਨ੍ਹਾਂ ਨੇ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਵੱਲ ਜੋੜਿਆ ਹੈ, ਉਹਨਾਂ ਨੂੰ ਸੰਸਾਰ ਦੀ ਕੋਈ ਖਿੱਚ ਨਹੀਂ ਖਿੱਚ ਸਕਦੀ। ਉਹਨਾਂ ਨੂੰ ਗੁਰੂ ਦੀ ਖਿੱਚ ਜਿਹੜੀ ਹੈ, ਉਹ ਗੁਰੂ ਵੱਲ ਖਿੱਚਦੀ ਹੈ, ਗੁਰੂ ਵੱਲ ਉਹਨਾਂ ਦਾ ਪਿਆਰ ਰਹਿੰਦਾ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ ਹਨ, ਆਪਣੀ ਖਿੱਚ ਆਪਣੇ ਸਤਿਗੁਰਾਂ ਵੱਲ ਰੱਖੋ। ਬਿਨ ਸਾਵਣ ਕਨ ਹਰ ਗਾਜੈ, ਨਾਮ ਜਪਣ ਵਾਲਿਆਂ ਦੇ ਮਨ ਜਿਹੜੇ ਹਨ, ਜੋ ਜਪਦੇ ਹਨ ਸ੍ਰੀ ਵਾਹਿਗੁਰੂ 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 ਵਾਹਿਗੁਰੂ। ਤੋ ਸਾਧ ਸੰਗਤ, ਉਹਨਾਂ ਦੇ ਅੰਦਰ ਘਨ ਹਰ ਸ਼ਬਦ ਵੱਜਦੇ ਹਨ। ਜਦੋਂ ਵੀ ਉਹ ਸਿਮਰਨ ਦੇ ਵਿੱਚ ਜੁੜਦੇ ਹਨ, ਬਿਨ ਸਾਵਣ ਬਿਜਲੀਆਂ ਚਮਕਦੀਆਂ ਹਨ, ਝਿਲਮਿਲ ਤਾਰੇ ਨੇਤਰਾਂ ਵਿੱਚ ਚਮਕਦੇ ਹਨ। ਮਨ ਜੁੜ ਜਾਂਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ। ਬਿਨਾਂ ਸਾਵਣ ਤੋਂ ਹੀ ਮੀਂਹ ਪੈਣ ਲੱਗ ਪੈਂਦਾ ਹੈ, ਭਾਵ ਕੇ ਨਾਮ ਦੀ ਵਰਖਾ ਹੋਣ ਲੱਗ ਪੈਂਦੀ ਹੈ ਹਿਰਦੇ ਵਿੱਚ। ਸਵਾਂਤੀ ਬੂੰਦ ਵਾਸਤੇ ਆ ਮਨ ਜਿਹੜਾ ਹੈ, ਹੁਣ ਚੰਚਲ ਹੋ ਕੇ ਭੱਜਾ ਫਿਰਦਾ ਹੈ ਸਾਰੇ ਪਾਸੇ, ਇਹ ਟਿਕ ਜਾਂਦਾ ਹੈ। ਇਹ ਫਿਰ ਆਸ ਰੱਖਦਾ ਕਦੋਂ ਸਵਾਂਤੀ ਬੂੰਦ ਇੱਕ ਓੰਕਾਰ ਜੀ ਦੇ ਮੇਰੇ ਮੂੰਹ ਵਿੱਚ ਪੈ ਜਾਵੇ, ਕਦੋਂ ਮੇਰੇ ਮੂੰਹ ਸਤਨਾਮ ਸ੍ਰੀ ਵਾਹਿਗੁਰੂ ਨਿਕਲ ਜਾਵੇ, ਕਦੋਂ ਮੈਂ ਵਾਹਿਗੁਰੂ ਦਾ ਨਾਮ ਜਪਾਂ। ਬਿਨ ਸਾਵਣ ਕਨ ਹਰ ਗਾਜੇ, ਪਰ ਬਿਨਾਂ ਸਾਵਣ ਤੋਂ ਕਨ ਹਰ ਉਦੋਂ ਗੱਜਦੀ ਹੈ ਜਦੋਂ ਗੁਰੂ ਦੇ ਚਰਨਾਂ ਵਿੱਚ ਬੰਦਾ ਆ ਕੇ ਟਿਕ ਜਾਂਦਾ ਹੈ। ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੇ ਕੋਈ। ਬੱਦਲ ਤੋਂ ਬਿਨਾਂ ਹੀ ਵਰਖਾ ਹੋਣ ਲੱਗ ਪੈਂਦੀ ਹੈ ਜਦੋਂ ਗੁਰੂ ਘਰ ਵਿੱਚ ਆਓ, ਸਾਧ ਸੰਗਤ ਵਿੱਚ ਆ ਕੇ ਬੈਠੋ, ਦਰਸ਼ਨ ਕਰੋ, ਕੀਰਤਨ ਸੁਣੋ, ਇਹਨਾਂ ਨੇਤਰਾਂ ਦੇ ਨਾਲ ਆ ਕੇ ਗੁਰੂ ਦੇ ਦੀਦਾਰ ਕਰੋ, ਦਰਸ਼ਨ ਕਰੋ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ, ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਹੁਣੇ ਅੱਜ ਦੇ ਐਪੀਸੋਡ ਵਿੱਚ ਪਹਿਲੇ ਭਾਈ ਸਾਹਿਬ ਨੇ ਪੜ੍ਹਿਆ ਹੈ, ਸੋ ਕਹੋ ਟਲ ਗੁਰ ਸੇਵੀਏ, ਐਨ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ। ਜਨਮਾਂ ਦੇ ਦੁੱਖ ਸਾਧ ਸੰਗਤ ਜੀ ਦੂਰ ਹੋ ਜਾਂਦੇ ਹਨ, ਨਾਮ ਦੀ ਵਰਖਾ ਹੋਣ ਲੱਗ ਪੈਂਦੀ ਹੈ। ਜਾਂ ਤਤ ਵਿਚਾਰੈ, ਕੋਈ ਤਤ ਵਿਚਾਰਨਾ ਪੈਂਦਾ ਹੈ। ਗੁਰਬਾਣੀ ਵੀ ਪੜ੍ਹਨੀ ਹੈ, ਪਿਆਰ ਨਾਲ ਪੜ੍ਹਨੀ ਹੈ। ਜਿਵੇਂ ਦੇਖਿਆ ਮਾਤਾਵਾਂ ਭੈਣਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਿੱਥੇ ਜਿੱਥੇ ਵੀ ਮੱਖਣ ਰਿੜਕਣ ਦਾ, ਦਹੀਂ ਦੁੱਧ ਰਿੜਕਣ ਦਾ ਸਮਾਂ ਮਿਲਦਾ ਹੈ, ਮਧਾਣੀ ਫੇਰਨ ਦਾ ਸਮਾਂ ਮਿਲਦਾ ਹੈ, ਉਹ ਤੱਤ ਨਹੀਂ ਜਾਣਦੇ ਤੀਆਂ। ਐਸੇ ਢੰਗ ਨਾਲ ਹੌਲੀ ਹੌਲੀ ਰਿੜਕਦੀਆਂ ਰਹਿੰਦੀਆਂ ਹਨ ਤਾਂ ਕਿ ਗਾਚਾ ਮੱਖਣ ਦਾ ਜਿਹੜਾ ਹੈ ਉਹ ਛਾਛ ਦੇ ਉੱਪਰ ਆ ਜਾਵੇ, ਲੱਸੀ ਦੇ ਉੱਪਰ ਆ ਜਾਵੇ। ਹੱਥ ਨਾਲ ਕੱਢ ਕੇ ਤੇ ਆਪਣੇ ਭਾਂਡੇ ਵਿੱਚ ਪਾ ਲੈਂਦੀਆਂ ਹਨ। ਜਿਹੜਾ ਬਾਟਾ ਹੁੰਦਾ, ਜਿਹੜਾ ਕੁੱਜਾ ਹੁੰਦਾ ਮੱਖਣ ਵਾਲਾ, ਮੁੜ ਕੇ ਉਸ ਤੋਂ ਬਾਅਦ ਵਿੱਚ ਦੁੱਧ ਪੱਕਦਾ ਹੈ, ਦਹੀਂ ਪੱਕਦਾ ਹੈ, ਆਪਣਾ ਉਸ ਮੱਖਣ ਤੋਂ ਫਿਰ ਘਿਓ ਬਣ ਜਾਂਦਾ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ ਹਨ, ਗੁਰਬਾਣੀ ਪੜ੍ਹੋ, ਇੰਨੀ ਫਾਸਟ ਨਾ ਪੜੋ, ਇੰਨੀ ਤੇਜ਼ ਨਾ ਪੜੋ ਕਿ ਤਤ ਚਲਾ ਜਾਵੇ। ਜਾਂ ਤਤ ਵਿਚਾਰੇ ਕੋਈ, ਤਤ ਤਾਂ ਹੱਥ ਆਉਂਦਾ ਹੈ, ਸਹਿਜੇ ਬਿਲੋਵੋ, ਸਹਿਜੇ ਸਹਿਜੇ ਪੜੋ। ਜੋ ਗੁਰੂ ਸਾਹਿਬ ਜੀ ਕਹਿ ਰਹੇ ਹਨ, ਉਹ ਹੁਕਮ ਜਿਹੜਾ ਹੈ, ਉਹ ਸ਼ਬਦ ਜਿਹੜਾ ਹੈ, ਉਹ ਵਰਡਸ ਜਿਹੜੇ ਹਨ, ਉਹ ਹਿਰਦੇ ਤੇ ਟਿਕ ਜਾਣ। ਸ਼ਬਦ ਗੁਰੂ ਦਾ ਪੱਲੇ ਪੈ ਜਾਵੇ, ਸਮਝ ਪੈ ਜਾਵੇ। ਜਿਵੇਂ ਕਿਸੇ ਨੂੰ ਕੋਈ ਸ਼ਬਦ ਕਹੀਦੇ ਨੇ ਕਿ ਆ ਤੈਨੂੰ 2 ਸ਼ਬਦ ਕਹੇ ਨੇ,
ਜ਼ਿੰਦਗੀ ਵਿੱਚ ਇਹਨਾਂ ਸ਼ਬਦਾਂ ਨੂੰ ਪੁੱਤਰ ਭੁੱਲੀ ਨਾ, ਐ ਵੀਰੇ ਭੁੱਲੀ ਨਾ, ਐ ਬੇਟਾ ਭੁੱਲੀ ਨਾ। ਗੁਰੂ ਸਾਹਿਬ ਵੀ ਕਹਿੰਦੇ ਹਨ ਜਿਹੜੇ ਸ਼ਬਦ, ਕਿਉਂਕਿ ਅਸੀਂ ਸ਼ਬਦ ਦੇ ਚੇਲੇ ਹਾਂ, ਸ਼ਬਦ ਗੁਰੂ ਹੈ ਸਾਡਾ, ਸੁਰਤ ਸਾਡੀ ਚੇਲਾ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਜੋ ਤਤ ਵਿਚਾਰੈ ਕੋਈ, ਜੇ ਤਤ ਨੂੰ ਵਿਚਾਰੋ ਸਾਧ ਸੰਗਤ ਜੀਓ, ਸਹਜੇ ਬਿਲੋਵੋ ਜੈਸੇ ਤਤ ਨਾ ਜਾਈ। ਇੰਨੀ ਹੌਲੀ ਹੌਲੀ ਬਾਣੀ ਪੜੋ, ਮਹਾਰਾਜ ਜੀ ਦੀ ਗੁਰਬਾਣੀ ਇਤਨੇ ਪਿਆਰ ਦੇ ਨਾਲ ਪੜੋ ਕਿ ਤਤ ਚਲਾ ਨਾ ਜਾਵੇ, ਉਹਦੀ ਮੀਨਿੰਗ, ਉਹਦਾ ਮਤਲਬ ਜਿਹੜਾ ਕਿਤੇ ਗੁਆਚ ਨਾ ਜਾਵੇ। ਤਾਂ ਮਹਾਰਾਜ ਕਹਿੰਦੇ ਹਨ ਕੁਝ ਪੱਲੇ ਪੈਂਦਾ ਹੈ। ਨਾਮਦੇਵ ਜੀ ਤਤ ਵਿਚਾਰ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦੇ ਹਨ ਤੇ ਕਹਿੰਦੇ ਹਨ ਜਾਂ ਤਤ ਵਿਚਾਰੈ ਕੋਈ। ਸਾਰਿਆਂ ਨੂੰ ਕਹਿੰਦੇ ਹਨ ਬੜੇ ਪਿਆਰ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ ਕਰੋ। ਮੋਕੋ ਮਿਲਿਓ ਰਾਮ ਸੁਨੇਹੀ, ਜਹ ਮਿਲਿਏ ਦੇਹ ਸੁਦੇਹੀ। ਰਹਾਉ ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ। ਨਿਜ ਭਾਉ ਪਿਆ ਭ੍ਰਮ ਪਾਗਾ, ਗੁਰ ਪੂਛੇ ਮਨ ਪਤੀ ਆਗਾ। ਹੀਰੇ ਮਾਰਾ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। Namdev ji's Bani says, I have met my beloved Lord Vaheguru Ji. Meeting with him, my body feels wonderful. Paras is a undiscovered material in current times. It is said that Paras was such a material that it had the qualities of converting metal into gold when the two came into touch. Namdev Ji says, such is my situation. I feel, having been in touch with Vaheguru Ji, I have been transformed into gold. I now have the jewels of Vaheguru Ji's name sprouting in my mouth and mind. I love Vaheguru Ji as my own, and any doubts I had have been dispelled. In seeking the Guru's guidance, my mind is now fully content. ਮੋਕੋ ਮਿਲਿਓ ਰਾਮ ਸਨੇਹੀ, ਜਿਹ ਮਿਲਿਐ ਦੇਹ ਸੋ ਦੇਹੀ। ਨਾਮਦੇਵ ਜੀ ਕਹਿੰਦੇ ਹਨ ਮੈਨੂੰ ਮੇਰੇ ਸਨੇਹੀ ਮਿਲ ਗਏ ਹਨ। ਮੋਕੋ ਮਿਲਿਓ ਰਾਮ ਸਨੇਹੀ, ਹੋਰ ਕੋਈ ਸਨੇਹੀ ਇੰਨਾ ਪਿਆਰਾ ਨਹੀਂ ਜਿਨੇ ਮੈਨੂੰ ਮੇਰੇ ਅਕਾਲ ਪੁਰਖ ਰਾਮ, ਜਿਹੜੇ ਰਮੇ ਹੋਏ ਹਨ ਸਾਰੇ ਸੰਸਾਰ ਵਿੱਚ, ਉਹ ਮਿਲ ਗਏ ਹਨ। ਜਿਹ ਮਿਲਿਐ ਦੇਹ ਸੋ ਦੇਹੀ। ਰਹਾਓ ਜਿਨ੍ਹਾਂ ਨੂੰ ਮਿਲਿਆ, ਜਿਨ੍ਹਾਂ ਦਾ ਸਿਮਰਨ ਕੀਤੇ ਆ, ਆ ਜਿਹੜੀ ਦੇਹ ਹੈ ਸੁਦੇਹੀ ਹੋ ਗਈ ਹੈ, ਪਵਿੱਤਰ ਹੋ ਗਈ ਹੈ, ਪਿਓਰ ਹੋ ਗਈ ਹੈ। ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ। ਜਿਵੇਂ ਪਾਰਸ ਦੇ ਨਾਲ ਲੋਹਾ ਲੱਗ ਜਾਵੇ ਤੇ ਕੰਚਨ ਭਾਵ ਸੋਨਾ ਹੋ ਜਾਂਦਾ ਹੈ। ਲੋਹਾ ਵੀ ਸੋਨਾ ਹੋ ਜਾਂਦਾ ਹੈ, ਪਰ ਸੰਗਤ ਪਾਰਸ ਦੀ ਜੇ ਕਰ ਲਵੇ। ਤੇ ਪਾਰਸ ਕੌਣ ਹਨ ਪਿਆਰੇ ਖਾਲਸਾ ਜੀ? ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਗੁਰੂ ਜਿਹੜੇ ਹਨ ਮਾਸਟਰ ਹਨ, ਗੁਰੂ ਟੀਚਰ ਹਨ। ਜਿਵੇਂ 10th ਮਾਸਟਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਹਨ। ਗੁਰੂਆਂ ਨੇ ਦੱਸਣਾ ਹੈ, ਜੋ ਗੁਰੂਆਂ ਨੇ ਦੱਸਣਾ ਹੈ ਉਹਨੂੰ ਸਟੂਡੈਂਟ ਨੇ, ਭਾਵ ਕੇ ਸਿੱਖ ਨੇ ਪੜ੍ਹਨਾ ਹੈ, ਯਾਦ ਕਰਨਾ ਹੈ। ਔਰ ਜਿਹੜੇ ਪਰਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰੈਜ਼ੈਂਟ ਟਾਈਮ ਤੇ ਪਾਉਣੇ ਹਨ, ਉਹਨਾਂ ਪਰਚਿਆਂ ਵਿੱਚੋਂ ਪਾਸ ਹੋਣਾ ਹੈ। ਤਾਂ ਲੋਹਾ ਜਿਹੜਾ ਸੋਨਾ ਬਣਦਾ ਹੈ ਗੁਰੂ ਦੀ ਸੰਗਤ ਕਰਕੇ। ਮੁਖ ਮਨਸਾ ਰਤਨ ਪਰੋਇਆ, ਆਪਣੇ ਮੁਖ ਵਿੱਚ ਮਨਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰ ਜਿਹੜਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਵੇਂ ਮਾਲਾ ਵਿੱਚ ਮੋਤੀ ਪਰੋਏ ਹੁੰਦੇ ਨੇ, ਤਿਵੇਂ ਸਵਾਸਾਂ ਦੇ ਧਾਗੇ ਵਿੱਚ ਵਾਹਿਗੁਰੂ 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 ਪਰੋਇਆ ਹੋਵੇ। ਨਿਜ ਭਾਉ ਭਇਆ ਭਰਮ ਭਾਗਾ। ਨਿਜ ਆਪਣੇ ਮਨ ਵਿੱਚ ਵਾਹਿਗੁਰੂ ਦਾ ਭਾਉ ਬਣਿਆ, ਪ੍ਰੇਮ ਬਣਿਆ। ਭਇਆ ਮਰਾਠੀ ਬੋਲੀ ਮਹਾਰਾਸ਼ਟਰ ਦੀ। ਭਰਮ ਗਿਆ ਭਾਗਾ, ਭਰਮ ਭੱਜ ਗਿਆ,
ਭੁਲੇਖੇ ਭੱਜ ਗਏ। ਗੁਰ ਪੁੱਛੇ ਮਨ ਪਤੀ ਆਗਾ, ਗੁਰੂ ਸਾਹਿਬ ਜੀ ਨੂੰ ਪੁੱਛ ਕੇ, ਗੁਰੂ ਸਾਹਿਬ ਜੀ ਦੇ ਵਾਕ ਲੈ ਲੈ ਕੇ, ਸੁਖਮਨੀ ਸਾਹਿਬ ਪੜ੍ਹ ਪੜ੍ਹ ਕੇ, ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹ ਪੜ੍ਹ ਕੇ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਪੜ੍ਹ ਪੜ੍ਹ ਕੇ, ਨਿਤਨੇਮ ਕਰ ਕਰਕੇ ਮਨ ਪਤੀ ਆ ਗਿਆ, ਮਨ ਸੈਟੀਸਫਾਈ ਹੋ ਗਿਆ, ਮਨ ਪ੍ਰਸੰਨ ਹੋ ਗਿਆ। ਭਗਤ ਨਾਮਦੇਵ ਜੀ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਅੰਗਰੇਜ਼ੀ ਵਿੱਚ ਸਿੰਘ ਸਾਹਿਬ ਜੀ, ਲਾਂਡਾ ਸਾਹਿਬ ਜੀ ਨੇ ਅਰਥ ਕੀਤੇ ਹਨ। ਦੱਸ ਰਹੇ ਨੇ ਵੀ ਜਿਵੇਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬੁਲਾਇਆ ਹੈ, ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸੁਆਮੀ। ਕੁਦਰਤ ਕਮਨ ਹਮਾਰੀ, ਕੁਦਰਤ ਤਾਕਤ ਨੂੰ ਕਹਿੰਦੇ ਨੇ। ਬੰਦੇ ਦੀ ਕੀ ਤਾਕਤ ਹੈ ਕੁਝ ਬੋਲ ਸਕੇ, ਉਹ ਆਪ ਹੀ ਵਾਹਿਗੁਰੂ ਬੁਲਾਉਂਦੇ ਹਨ। ਤੋ ਅੱਜ ਦੀ ਕਥਾ ਕਰਦੇ ਹਾਂ। ਦੋਨਾਂ ਦਾਸਰਿਆਂ ਪਾਸੋਂ, ਸੇਵਕਾਂ ਪਾਸੋਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਸੋਂ ਖਿਮਾ ਮੰਗਦੇ ਹਾਂ, ਆਪ ਸਾਰੀ ਸਾਧ ਸੰਗਤ ਪਾਸੋਂ ਖਿਮਾ ਮੰਗਦੇ ਹਾਂ। ਇਹ ਸਾਰੀ ਬਖਸ਼ਿਸ਼ ਜਿਹੜੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖ ਚੈਨਲ ਤੇ ਹੋਈ ਹੈ। ਜੋ ਸਿੱਖ ਚੈਨਲ, ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਭਗਤਾਂ ਦੀ ਬਾਣੀ ਦਾ ਸਟਾਰਟ ਹੋਇਆ ਹੋਇਆ ਹੈ, ਸ਼ੁਰੂ ਹੋਇਆ ਹੋਇਆ ਹੈ, ਆਪ ਸੰਗਤਾਂ ਤੱਕ ਪਹੁੰਚਾ ਰਿਹਾ ਹੈ। ਅਰਦਾਸ ਕਰੋ ਅਕਾਲ ਪੁਰਖ ਵਾਹਿਗੁਰੂ ਜੀ ਸਿੱਖ ਚੈਨਲ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ, ਤਾਂ ਕਿ ਸੰਸਾਰ ਦਾ ਭਲਾ ਹੋ ਸਕੇ। ਕਲਯੁਗ ਦੇ ਵਿੱਚ ਗੁਰਬਾਣੀ ਤੋਂ ਬਿਨਾਂ, ਧੰਨ ਗੁਰੂ ਨਾਨਕ ਸਾਹਿਬ ਜੀ ਤੇ ਨਾਮ ਤੋਂ ਬਿਨਾਂ ਇਹ ਭਲਾ ਕਿਸੇ ਦਾ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨੇ ਸਭ ਤੋਂ ਸੌਖਾ ਕਲਯੁਗ ਵਿੱਚ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ। ਗੁਰੂ ਨਾਨਕ ਸਾਹਿਬ ਦਾ ਨਾਮ ਹੀ ਬੜਾ ਸੌਖਾ ਹੈ ਕਲਯੁਗ ਵਿੱਚ, ਕਲਯੁਗ ਨਾਨਕ ਨਾਮ ਸੁਖਾਲਾ। ਤੋਂ ਸਾਧ ਸੰਗਤ ਜੀ, ਗੁਰੂ ਕਿਰਪਾ ਕਰਨ ਅਗਲੇ ਐਪੀਸੋਡ ਵਿੱਚ ਫਿਰ ਜੇ ਮੇਰੇ ਵਾਹਿਗੁਰੂ ਨੂੰ ਚਾਹਿਆ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚਾਹਿਆ, ਅਕਾਲ ਪੁਰਖ ਜੀ ਨੂੰ ਚਾਹਿਆ, ਤੇ ਆਪ ਸੰਗਤਾਂ ਦੇ ਦਰਸ਼ਨ ਕਰਾਂਗੇ। ਤੁਸੀਂ ਨਾਮ ਜਪੋ, ਸਿਮਰਨ ਕਰੋ, ਗੁਰੂ ਘਰ ਜਾਓ, ਰੱਜ ਰੱਜ ਕੇ ਗੁਰੂ ਘਰ ਦੀ ਸੇਵਾ ਕਰੋ, ਤੇ ਜੀਵਨ ਜਿਹੜਾ ਹੈ ਸਾਧ ਸੰਗਤ ਜੀਓ ਭਗਤ ਨਾਮਦੇਵ ਜੀ ਦੇ ਸ਼ਬਦ ਸਰਵਣ ਕਰਕੇ ਆਪਣੇ ਮਨ ਵਿੱਚ ਵਸਾ ਕੇ ਸਫਲ ਕਰ ਲਓ। ਆਓ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।